सूरा सो पहचानिए जो लड़ा दीन के हेत। पुरजा पुरजा कट मरे कबू ना छाड़े खेत। ऐसे सूरवीर जिन्हां ने नाम भी जपिया, भगती भी ਕੀਤੀ ਤੇ ਨਾਲੇ ਜਦੋਂ ਬਲੀਦਾਨ ਸ਼ਹੀਦੀਆਂ ਦੇਣ ਦਾ ਸਮਾਂ ਆਇਆ ਤੇ ਸਭ ਤੋਂ ਅੱਗੇ ਕਦਮ ਵਧਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਬੰਨਾ ਹੈ ਅਸਲੀ ਸੂਰਾ, ਇਹ ਹੈ ਨਾਮ ਦਾ ਜਪੀ। ਆਓ ਅਸੀਂ ਵੀ ਪਹਿਲਾਂ ਨਾਮ ਜਪੀਏ, ਸਾਰੇ ਰਲ ਕੇ ਜਪਣਾ ਜੀ, ਬੜੇ ਹੀ ਪ੍ਰੇਮ ਨਾਲ, ਬੜੇ ਆਨੰਦ ਨਾਲ ਜਪਣਾ ਹੈ। ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ अपना नाम देओ अपना नाम देओ गुण गावा दिन रात गुण गावा दिन रात नानक चाहो ए हो नानक चाहो ए हो वाहेगुरु 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 वाह वाह वाहेगुरु 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 वाहेगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਗੁਰਪੁਰਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਪਾਠ ਚੱਲ ਰਹੇ ਹਨ। ਅੱਜ ਉਹਨਾਂ ਦਾ ਇਹ ਪਾਵਨ ਸ਼ਬਦ ਹੈ ਜੀ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈ ਹੱਦ ਹੈ ਸੂਰਾ। ਜਿਨ੍ਹਾਂ ਨੂੰ ਰੰਗ ਲੱਗਿਆ ਨਾ, ਰੰਗ ਇਸ ਕਲਯੁਗ ਦੇ ਅੰਦਰ ਨਾਮ ਦਾ ਰੰਗ ਲੱਗਿਆ ਹੈ। ਸਤਿਗੁਰੂ ਮਹਾਰਾਜ ਆਖਦੇ ਇਸ਼ਾਰਾ ਦਿੰਦੇ ਹਨ, ਸੋ ਕਈਅਤ ਹੈ ਸੂਰਾ। ਅਸਲੀ ਸੂਰਾ ਤੇ ਉਹ ਹੈ ਜਿਹੜਾ ਨਿਤ ਜੰਗ ਕਰਦਾ ਹੈ। ਕਿਹਦੇ ਨਾਲ? ਨੀਂਦ ਨਾਲ। ਅੰਮ੍ਰਿਤ ਵੇਲੇ 3 ਵਜੇ ਉੱਠ ਜਾਂਦਾ ਹੈ, ਸਜਰੇ ਉੱਠ ਜਾਂਦਾ ਹੈ। ਉੱਠ ਕੇ ਸਭ ਤੋਂ ਪਹਿਲੇ ਕੇਸੀ ਇਸ਼ਨਾਨ ਕਰਦਾ ਹੈ। ਭਾਵੇਂ ਠੰਡਾ ਪਾਣੀ ਹੋਵੇ, ਸਰਦੀ ਹੋਵੇ, ਗਰਮੀ ਹੋਵੇ, ਉਹਨੂੰ ਪਰਵਾਹ ਨਹੀਂ, ਉਹਨੇ ਇਸ਼ਨਾਨ ਕਰਨਾ ਹੀ ਕਰਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਸੁੱਚਾ ਹੋ ਕੇ, ਸੁੱਚੇ ਵਸਤਰ ਪਾ ਕੇ, ਜੋ ਮਰਿਆਦਾ ਹੈ, ਸੁੱਚ ਹੋਵੇ ਤਾਂ ਸੱਚ ਪਾਈਏ। ਫਿਰ ਸੱਚ ਦਾ ਨਾਮ ਜਪਦਾ ਹੈ। ਔਰ ਥੋੜੀ ਦੇਰ ਨਹੀਂ ਜਪਦਾ, ਜਦ ਤੱਕ ਉਹਨੂੰ ਦਿਲ ਕਰਦਾ ਹੈ, ਭਾਵੇਂ 4 ਘੰਟੇ ਲੱਗ ਜਾਣ, ਚੋਕੜਾ ਲਾਈ ਰੱਖਦਾ ਹੈ, ਜਪੀ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿਮਰਨ ਉਹ ਸੂਰਾ ਹੈ ਅਸਲੀ, ਜਿਹੜਾ ਨਿਤ ਜੰਗ ਕਰ ਰਿਹਾ ਹੈ ਕਲਯੁਗ ਦੇ ਨਾਲ। ਉਸ ਤੋਂ ਬਾਅਦ ਵੀ ਵਸ ਨਹੀਂ ਕਰਦਾ। ਦਿਨ ਚੜੇ ਗੁਰਬਾਣੀ ਗਾਵੇ। ਜੋ ਦਿਨ ਚੜ੍ਹਦਾ ਹੈ, ਬਾਹਰ ਸੂਰਜ ਚੜ੍ਹਿਆ ਹੈ, ਤੇ ਹੁਣ ਨਿਤਨੇਮ, 5 ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਪਾਠ, ਸੋਦਰ ਰਹਿਰਾਸ ਸਾਹਿਬ, ਕੀਰਤਨ, ਸੋਹਿਲਾ, ਸ੍ਰੀ ਸਹਿਜ ਪਾਠ, ਘਰ ਦੇ ਅੰਦਰ ਅਨੇਕਾਂ ਹੀ ਬਾਣੀਆਂ ਹਨ। ਆਸਾ ਦੀ ਵਾਰ, ਇਹ ਸਾਰੀਆਂ ਪੜ੍ਹਦਾ ਹੈ। ਉਹ ਸੂਰਾ ਹੈ ਅਸਲੀ। ਬਾਬਾ ਜੀ ਉਸ ਵੱਲ ਇਸ਼ਾਰਾ ਕਰ ਰਹੇ ਹਨ। ਅਸਲੀ ਸੂਰਮਾ ਤੇ ਉਹ ਹੈ। ਆਤਮ ਜਿਣਾ ਸਗਲ ਵਸ ਤਾਕਾ। ਜਿਹੜਾ ਆਤਮਾ ਨੂੰ ਜਾਣ ਗਿਆ ਹੈ, ਆਤਮਾ ਕੀ ਹੈ? ਪਰਮਾਤਮਾ ਦਾ ਰੂਪ ਹੈ ਆਤਮਾ। ਉਹਦੇ ਬਾਰੇ ਜਾਣ ਗਿਆ ਹੈ। ਸਗਲ ਵਸ ਤਾਕਾ, ਸਾਰਾ ਕੁਛ ਉਸ ਪਰਮਾਤਮਾ ਦੇ ਵਸ ਹੈ। ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਦਾ ਗੁਰੂ ਪੂਰਾ ਹੈ। ਜਿਹਦਾ ਸਤਿਗੁਰੂ ਪੂਰਾ ਹੈ ਨਾ, ਉਹਨੂੰ ਕਿਸੇ ਵੀ ਗੱਲ ਦੀ ਘਾਟ ਨਹੀਂ ਰਹੇਗੀ। ਕਿਉਂਕਿ ਉਹ ਜਦੋਂ ਸਰੀਰ ਛੱਡੇਗਾ ਤੇ ਸਤਿਗੁਰੂ ਜੀ ਉਹਨੂੰ ਆਪਣੀ ਸ਼ਰਨ ਵਿੱਚ ਲੈ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਕੋਈ ਖਤਰਾ ਨਹੀਂ ਨੇ ਪੂਰੇ ਗੁਰੂ ਵਾਲੇ ਨੂੰ। ਤਾਂ ਹੀ ਕਿ ਰੋਜ਼ ਅਰਦਾਸ ਕਰਦੇ ਹਾਂ, ਗੁਰੂ ਵਾਲੇ ਬਣਾ ਲਓ ਸਾਨੂੰ। ਅਸੀਂ ਗੁਰੂ ਧਾਰ ਲਈਏ। ਗੁਰੂ ਵਾਲੇ ਬਣ ਕੇ ਫਿਰ ਜਿਹੜਾ ਡਰ ਮੁੱਕ ਜਾਂਦਾ ਹੈ। ਠਾਕੁਰ ਗਾਈਐ ਆਤਮ ਰੰਗ। ਠਾਕੁਰ ਨੂੰ ਗਾਉਣਾ ਹੈ ਆਪਣੀ ਆਤਮਾ ਦੇ ਰੰਗ ਵਿੱਚ। ਆਤਮਾ ਨੂੰ ਭਿਜਾ ਕੇ ਨਾਮ ਦੇ ਰੰਗ ਨਾਲ ਉਸ ਪ੍ਰਮਾਤਮਾ ਦੀ ਉਸਤਤੀ ਕਰਨੀ ਹੈ, ਵਡਿਆਈ ਕਰਨੀ ਹੈ, ਕੀਰਤ ਕਰਨੀ ਹੈ, ਕੀਰਤੀ ਕਰਨੀ ਹੈ। ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਸਤਿਗੁਰੂ ਮਹਾਰਾਜ ਜੀ ਦੀ ਸ਼ਰਨੀ ਵਿੱਚ ਆ ਜਾਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੋਹਿਲੇ।
ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਜਿਹੜੇ ਸ਼ਨੀ ਪਾਵਣਗੇ ਉਹ ਸੁਖ ਪਾਣਗੇ। ਨਾਮ ਧਿਆਵਨ, ਉਹ ਫਿਰ ਨਾਮ ਧਿਆਉਣਗੇ ਸ਼ਨੀ ਵਿੱਚ ਆ ਕੇ। ਸਹਿਜ ਸਮਾਵਨ ਸੰਗ, ਸਹਿਜੇ ਇੱਕ ਦਿਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਣਗੇ। ਪਰਮਾਤਮਾ ਔਰ ਉਹ ਭਗਤ ਇੱਕ ਰੂਪ ਹੋ ਜਾਏਗਾ। ਜਿਸ ਤਰ੍ਹਾਂ ਭਗਤ ਨਾਮਦੇਵ, ਧੰਨਾ ਭਗਤ ਰਵਿਦਾਸ, ਕਬੀਰ ਜੀ, ਫਰੀਦ ਜੀ, ਇਹ ਸਭ ਭਗਤ ਇੱਕ ਹੋ ਗਏ, ਇੱਕ ਹੋ ਗਏ ਨਾਮ ਤੇ ਆ ਕੇ। ਰਹਾਉ ਜਨ ਕੇ ਚਰਨ ਵਸੇ ਮੇਰਾ ਹੀਰੇ। ਜਿਹੜੇ ਜਨ ਹੈ ਉਹਨਾਂ ਦੇ ਚਰਨ, ਪ੍ਰਭੂ ਦੇ ਚਰਨ ਹੈ ਨਾ ਜਿਹੜੇ, ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਹੀਰੇ ਵਿੱਚ ਵਸ ਜਾ, ਮੇਰੇ ਹਿਰਦੇ ਵਿੱਚ ਆ ਜਾ। ਸੰਗ ਪੁਨੀਤਾ ਦੇਹੀ, ਇਹ ਜਿਹੜੀ ਦੇਹੀ ਹੈ ਇਹ ਵੀ ਉਸ ਪਰਮਾਤਮਾ ਦੇ ਰੰਗ ਵਿੱਚ ਰਵੇ, ਨਾਲ ਹੀ ਨਾਲ ਰਵੇ। ਇਹ ਸਰੀਰ ਵੀ ਪਰਮਾਤਮਾ ਦੇ ਲੇਖੇ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਉਸ ਜਨ ਦੀ ਧੂਰ ਦਵੋ ਇਹ ਕਿਰਪਾ ਨਿਧ। ਨਾਨਕ ਕਾ ਸੁਖ ਇਹੀ ਵੱਡਾ ਸੁਖ ਹੈ ਕਿ ਹਰੀ ਜਨਾਂ ਦੀ ਧੂੜ ਮਿਲ ਜਾਵੇ, ਪਰਮਾਤਮਾ ਦੀ ਧੂੜ ਸਾਨੂੰ ਪ੍ਰਾਪਤ ਹੋ ਜਾਵੇ। ਆਓ ਅੱਜ ਗੁਰੂ ਕਿਰਪਾ ਨਾਲ ਐਸੇ ਭਗਤ ਦੀ ਕਥਾ ਲੈਂਦੇ ਹਾਂ ਜਿਹੜਾ ਬੜਾ ਹੀ ਸਿੱਧਾ ਸਾਦਾ ਸੀ। ਕਹਿੰਦੇ ਭੋਲੇ ਪਾਏ ਮਿਲੇ ਰਘੁਰਾਏ। ਐਸੇ ਭਗਤਾਂ ਨੂੰ ਜਿਨ੍ਹਾਂ ਦੀ ਕਥਾ ਸੁਣ ਕੇ ਆਨੰਦ ਆਉਂਦਾ ਹੈ ਕਿ ਮਹਾਰਾਜ ਐਸੇ ਭੋਲੇ ਸਾਧੇ ਭਗਤ ਸਾਦਗੀ ਅੰਦਰ ਰਹਿ ਕੇ ਵੀ ਪਰਮਾਤਮਾ ਨੂੰ ਵਸ਼ ਕਰ ਲਿਆ ਜੀ। ਉਹਨਾਂ ਪਰਮਾਤਮਾ ਉਹਨਾਂ ਦੇ ਕਾਰਜ ਕਰਨ ਧਰਤੀ ਤੇ ਆਉਣਾ ਪੈ ਗਿਆ। ਸਿਰਫ ਪ੍ਰੇਮ ਭਗਤੀ ਦੇ ਵਿੱਚ ਗਲਤਾਨ ਸਨ ਐਸੇ ਭਗਤ। ਉਹ ਹਨ ਧੰਨ ਧੰਨ ਧੰਨਾ ਜੱਟ ਜੀ। ਆਖੋ ਸਤਿਨਾਮ ਸ਼੍ਰੀ ਧੰਨਾ ਜੱਟ। ਇਹ ਇੱਕ ਕਿਸਾਨ ਜਾਂ ਜ਼ਮੀਂਦਾਰ ਲਾ ਲਓ, ਖੇਤੀ ਬਾਉਣ ਵਾਲਾ ਸਿੱਧਾ ਸਾਦਾ ਜੱਟ ਕਿਹਾ ਗਿਆ। ਇਹ ਭਗਤ ਧੰਨਾ ਜੱਟ ਜੀ ਨਾ ਹੋਏ ਹਨ ਜੋ ਕਿ ਸਿੱਧੇ ਸਾਦੇ ਭਗਤ ਸਨ। ਉਹਨਾਂ ਨੂੰ ਇੱਕ ਪੰਡਿਤ ਇੱਕ ਵਾਰੀ ਮਿਲਿਆ ਹੈ। ਉਹ ਪੂਜਾ ਅਰਚਨਾ ਵਿੱਚ ਮਸਤ ਬੈਠਾ ਹੈ, ਭਗਵਾਨ ਇਸ਼ਟ ਦੀ ਪੂਜਾ ਕਰ ਰਿਹਾ ਹੈ, ਧੂਪ ਆਰਤੀ ਹੋਰ ਜੋ ਤਰੀਕਾ ਹੈ ਪੰਡਿਤਾਂ ਦਾ ਕਰ ਰਿਹਾ। ਤੇ ਕੀ ਹੋਇਆ, ਧੰਨੇ ਭਗਤ ਨੂੰ ਵੀ ਸ਼ੌਕ ਜਾਗਿਆ ਕਿ ਪੰਡਿਤ ਜੀ ਆਪ ਜੀ ਇਹ ਕੀ ਕਰਦੇ ਹੋ। ਧੰਨੇ ਭਗਤ ਦੀ ਗੱਲ ਸੁਣ ਕੇ ਪੰਡਿਤ ਨੇ ਟਾਲ ਲਿਆ ਕਿ ਇਹ ਤੇਰੇ ਵੱਸ ਦਾ ਨਹੀਂ ਹੈ, ਇਹ ਤੇਰਾ ਕੰਮ ਨਹੀਂ ਹੈ, ਤੂੰ ਜਾ, ਤੇਰਾ ਕੰਮ ਖੇਤੀ ਕਰਨਾ ਹੈ, ਮਿਹਨਤ ਮਜ਼ਦੂਰੀ ਕਰ। ਕਹਿੰਦੇ ਫਿਰ ਵੀ ਮੈਨੂੰ ਦੱਸਣਾ ਕਰੋ। ਕਹਿੰਦੇ ਮੈਂ ਭਗਵਾਨ ਦੀ ਪੂਜਾ ਅਰਚਨਾ ਕਰ ਰਿਹਾ, ਮੇਰਾ ਵਿਗਨ ਨਾ ਪਾ, ਬੁਲਵਾ ਨਾ ਮੈਨੂੰ। ਧੰਨਾ ਭਗਤ ਫਿਰ ਭੱਜ ਗਏ। ਅਗਲੇ ਦਿਨ ਫਿਰ ਆ ਗਏ ਪੰਡਿਤ ਕੋਲ ਗੱਲ ਕਰਨ ਕਿ ਭਾਈ ਸਾਹਿਬ ਪੰਡਿਤ ਜੀ ਮੈਨੂੰ ਵੀ ਰੱਬ ਦੇ ਦਿਓ, ਠਾਕੁਰ ਦੇ ਦਿਓ। ਇਹ ਕੀ ਕਰਦਾ ਹੈ ਭਗਤ? ਕਹਿੰਦੇ ਸਾਰੇ ਕੰਮ ਕਰਦਾ ਹੈ ਪੰਡਿਤ। ਕਹਿੰਦਾ ਸਾਰੀ ਸ੍ਰਿਸ਼ਟੀ ਇਹ ਮਾਲਕ ਚਲਾਉਂਦਾ ਹੈ, ਸਾਰਾ ਕੁਝ ਕਰਦਾ ਹੈ, ਖੇਤੀ ਵੀ ਕਰਦਾ ਹੈ। ਕਹਿੰਦੇ ਹਾਂ ਖੇਤੀ ਵੀ ਕਰਦੇ ਨੇ। ਭੋਲੇ ਸਨ ਨਾ, ਭਗਵਾਨ ਦੀ ਰਮਤ ਨੂੰ ਬੜੇ ਪਿਆਰ ਨਾਲ ਸੁਣਦੇ ਪਏ। ਫਿਰ ਹੁਣ ਜਿੱਦ ਕਰ ਗਏ, ਕਹਿੰਦੇ ਮੈਨੂੰ ਵੀ ਭਗਵਾਨ ਦੇ ਦਿਓ ਪੰਡਿਤ ਜੀ, ਮੇਰੇ ਉੱਪਰ ਕਿਰਪਾ ਕਰੋ, ਮੈਂ ਵੀ ਭਗਵਾਨ ਲੈ ਕੇ ਜਾਊਂਗਾ ਆਪਣੇ ਘਰ। ਪੰਡਿਤ ਧੋਖੇ ਵਾਲਾ ਸੀ। ਉਸਨੇ ਇੱਕ ਪੱਥਰ, ਕਾਲਾ ਪੱਥਰ ਹੁੰਦਾ ਨਾ, ਜਾਨ ਛੁਡਾਉਣ ਵਾਸਤੇ ਧੰਨੇ ਭਗਤ ਦੇ ਮੱਥੇ ਮਾਰਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲੈ ਭਾਈ ਤੂੰ ਜਾ, ਟੱਲ ਇੱਧਰੋਂ, ਨਿਕਲ ਆਪਣੇ ਘਰ। ਪਰ ਕਹਿੰਦੇ ਇਹਦੇ ਬਦਲੇ ਮੈਂ ਕੁਛ ਲਵਾਂਗਾ, ਫਰੀ ਕੋਈ ਨਹੀਂ ਮਿਲਦਾ ਭਗਵਾਨ। ਧੰਨਾ ਜੀ ਕਹਿੰਦੇ ਦੱਸੋ, ਮੈਂ ਜੋ ਮੰਗੇ ਦੇ ਦਿੰਦਾ। ਕਹਿੰਦੇ ਇਹ ਰੱਬ ਹੈ, ਰੱਬ ਦੀ ਕੋਈ ਕੀਮਤ ਪਾਏਗਾ? ਕਹਿੰਦੇ ਉਹੀ ਮੈਂ ਕਹਿਣਾ, ਜੋ ਮੰਗੋਗੇ ਦੇ ਦਾਂਗਾ। ਕਹਿੰਦੇ ਇਸ ਪੱਥਰ ਦੇ ਬਦਲੇ ਤੂੰ ਮੈਨੂੰ ਆਪਣੀ ਬੈਲ ਦੀ ਜੋੜੀ ਦੇ ਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਵਿਚਾਰੇ ਕੋਲ, ਕਿਸਾਨ ਕੋਲ ਇਹੀ ਹੁੰਦਾ ਹੈ, ਉਹਦੇ ਨਾਲ ਹੱਲ ਜੋਤਦੇ ਆ ਲੋਕ। ਉਹ ਮਿਹਨਤੀ ਚੀਜ਼ ਉਹਨੇ ਬਸ ਮੰਗ ਲਈ, ਪਸ਼ੂ ਮੰਗ ਲਏ, ਦੇ ਤਾ। ਧੰਨੇ ਨੇ ਤਾਂ ਵਾਅਦਾ ਕੀਤਾ ਸੀ ਦੇ ਦਾਂਗਾ। ਹੁਣ ਦੱਸਿਆ ਇਹ ਪੱਥਰ ਨਾ ਰੋਜ਼ ਇਹਦੀ ਪੂਜਾ ਕਰਨੀ ਹੈ ਤਾਂ 2 ਟਾਈਮ ਭੋਗ ਲਗਾਣੇ ਹੈ ਇਹਨਾਂ ਨੂੰ, ਲੰਗਰ ਦੇ, ਦੁੱਧ ਦੇ, ਇਹ ਛਕਦੇ ਹਨ, ਰੱਬ ਸਮਝ ਕੇ ਪੂਜਣਾ ਹੈ। ਬਸ ਜੀ ਧੰਨਾ ਜਿਹਨੂੰ ਦੇ ਚਾਉ ਚੜ ਗਿਆ, ਉਹ ਤਾਂ ਪੱਥਰ ਲੈ ਕੇ ਰੱਬ ਸਮਝ ਕੇ ਚੁੱਕ ਕੇ ਲੈ ਗਿਆ ਘਰ। ਖੁਸ਼ ਹੋ ਕੇ ਇੱਕ ਉੱਚਾ ਸਾਰਾ ਸੁੱਚਾ ਆਸਨ ਘਰ ਹੀ ਤਿਆਰ ਕਰਵਾਇਆ ਉਹਨੇ। ਬੜੀ ਸੁੰਦਰ ਚੌਕੀ, ਉੱਪਰ ਕੱਪੜਾ ਡਾਇਆ, ਵਿਛਾਇਆ, ਉੱਪਰ ਪੱਥਰ ਰੱਖੇ, ਇਸ਼ਨਾਨ ਕਰਾਉਂਦਾ ਸੀ। ਪਹਿਲੇ ਆਂਦੇ ਸਾਰ ਉਹਨੇ ਪੱਥਰ ਨੂੰ ਨਵਾਇਆ, ਇਸ਼ਨਾਨ ਕਰਾਇਆ। ਹੁਣ ਭੋਲੇ ਪਾ ਬਲਦ ਤੇ ਦੇ ਬੈਠਾ, ਪਰ ਪੰਡਿਤ ਧੋਖੇਬਾਜ਼ ਸੀ। ਆਖੋ ਸਤਨਾਮ ਸ਼੍ਰੀ ਵਾਹ। ਉਹਨੇ ਤੇ ਧੋਖਾ ਕੀਤਾ ਸੀ ਭਗਤ ਨਾਲ, ਪਰ ਉਹ ਕੀ ਜਾਣੇ ਕਿ ਭਗਤ ਕੀ ਚੀਜ਼ ਹਨ। ਭਗਤ ਤਾਂ ਰੱਬ ਦਾ ਰੂਪ ਹੁੰਦੇ ਨੇ ਜੀ, ਉਹ ਤਾਂ ਧੋਖੇ ਅੰਦਰ ਵੀ ਰੱਬ ਪਾ ਸਕਦੇ। ਹੁਣ ਕੀ ਹੋਇਆ, ਸੁੱਚੀ ਥਾਂ ਉਹਨੇ ਰੱਬ ਰੂਪ ਪੱਥਰ ਟਿਕਾ ਦਿੱਤੇ, ਭੋਜਨ ਤਿਆਰ ਕੀਤਾ ਹੈ, ਮਿੱਸੀ ਰੋਟੀਆਂ ਜੋ ਵੀ, ਨਾਲ ਲੱਸੀ ਤਿਆਰ ਹੋ ਗਏ ਹਨ, ਪ੍ਰਸ਼ਾਦੇ। ਲੰਗਰ ਦਾ ਥਾਲ ਸਜਾਇਆ ਹੈ ਕੱਪੜਾ ਪਾ ਕੇ, ਬੜੀ ਹੀ ਤਮੀਜ਼ ਨਾਲ, ਬੜੇ ਹੀ ਆਦਰ ਸਤਕਾਰ ਨਾਲ, ਮਾਨੋ ਰੱਬ ਬੈਠਾ ਹੈ ਸਾਹਮਣੇ ਪੱਥਰ ਨੂੰ ਰੱਖ ਕੇ ਅਰਦਾਸ ਕਰਦਾ ਹੈ। ਮਹਾਰਾਜ ਰੱਬ ਜੀ, ਮੈਂ ਸਿੱਧਾ ਸਾਦਾ ਧੰਨਾ ਹਾਂ, ਜੱਟ, ਮੈਨੂੰ ਆਪ ਜੀ ਨੂੰ ਭੋਗ ਲਗਾਉਣੇ ਨਹੀਂ ਆਉਂਦੇ। ਮੈਨੂੰ ਇੰਨਾ ਪਤਾ ਹੈ ਕਿ ਆਪ ਜੀ ਭਗਵਾਨ ਹੋ ਔਰ ਲੰਗਰ ਛਕਣ ਆਉਂਦੇ ਹੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਪੰਡਿਤ ਰੋਜ਼ ਭੋਗ ਲਗਾਉਂਦਾ ਹੈ ਮੇਰੀ ਅੱਖਾਂ ਦੇ ਸਾਹਮਣੇ, ਉਹ ਪੰਡਿਤ ਜੀ ਰੋਜ਼ ਲਗਾਉਂਦੇ, ਤੇ ਮੇਰਾ ਵੀ ਪ੍ਰਸ਼ਾਦਾ ਛਕੋ। ਹੁਣ ਉਹ ਛਕਣਾ ਸ਼ੁਰੂ ਹੋ, ਪਰ ਉਹ ਛਕਣ ਕਿਧਰੋਂ, ਕਿਉਂਕਿ ਪੱਥਰ ਹੀ ਹੈ। ਇੱਕਦਮ ਭਗਵਾਨ ਕਿਸ ਤਰ੍ਹਾਂ ਬਣ ਜਾਣ। ਹੁਣ ਉਹ ਬੈਠਾ ਰਿਹਾ ਜਿੱਦ ਕਰਕੇ ਕਿ ਭਗਵਾਨ ਨਹੀਂ ਆਏ। ਭਗਵਾਨ ਜੀ ਕਿੰਨੀ ਦੇਰ ਲਗਾਉਂਦੇ ਆ ਰੋਟੀ ਛਕਣ ਤੇ, ਇੰਨੀ ਦੇਰ ਥੋੜ੍ਹਾ ਲੱਗਦੀ ਹੈ। ਇੱਕ ਦਿਨ ਪੂਰਾ ਬੈਠਾ ਰਿਹਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕਹਿੰਦਾ ਭਗਵਾਨ ਤੂੰ ਜਿੱਦੀ ਹੈ, ਮੈਨੂੰ ਪਤਾ ਲੱਗ ਗਿਆ, ਤੇ ਤੂੰ ਜਿੱਦੀ ਹੈ ਤੇ ਮੈਂ ਵੀ ਘੱਟ ਜਿੱਦੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਵੀ ਜੱਟਾਂ ਦਾ ਪੁੱਤਰ ਹਾਂ। ਕਹਿੰਦੇ ਮੈਂ ਮਰਨ ਵਾਸਤੇ ਤਿਆਰ ਹਾਂ, ਪਰ ਯਾਦ ਰੱਖੀ ਰੋ ਰੋ ਕੇ ਮਰ ਜਾਵਾਂਗਾ, ਪਰ ਇਹ ਪ੍ਰਸ਼ਾਦਾ ਹੁਣ ਮੈਂ ਵੀ ਨਹੀਂ ਖਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਨਹੀਂ ਖਾਂਦਾ, ਮੈਂ ਕਿਧਰੋਂ ਛਕ ਲੂੰਗਾ, ਤੇਰਾ ਭੋਗ ਸ਼ੀਤ ਪ੍ਰਸ਼ਾਦ ਖਾਊਂਗਾ। ਹੁਣ ਉਹਨੇ ਸੱਚੀ ਕਸਮ ਖਾਈ ਸੀ। ਇੱਕ ਹੁੰਦਾ ਕਿ ਚਲੋ ਕਿਸੇ ਨੂੰ ਦਿਖਾਵੇ ਵਾਸਤੇ ਪ੍ਰਣ ਕਰ ਲਿਆ, ਉਹ ਨਹੀਂ ਸੀ। ਭਗਵਾਨ ਨੂੰ ਵੀ ਪਤਾ ਸੀ ਇਹ ਜੋ ਕਹਿ ਰਿਹਾ ਸੱਚ ਕਹਿ ਰਿਹਾ, ਇਹਨੇ ਵਾਕਈ ਮਰ ਜਾਣਾ ਹੈ, ਇਹਨੇ ਰੋਟੀ ਨਹੀਂ ਖਾਣੀ ਪੂਰੀ ਜ਼ਿੰਦਗੀ, ਇਹ ਛੱਡ ਦੇਗਾ ਸਰੀਰ। ਹੁਣ ਉਹਦੀ ਸਮਝ ਲਓ ਪਿਛਲੇ ਜਨਮਾਂ ਦੀ ਭਗਤੀ ਲਾ ਲਓ ਜਾਂ ਉਹਦਾ ਪ੍ਰਣ ਲਾ ਲਓ। ਕਈ ਤੇ ਕਹਿੰਦੇ ਪਿਛਲੀ ਭਗਤੀ ਪੂਰੀ ਕਰਕੇ ਆਏ ਸੀ ਧੰਨਾ, ਤੇ ਕਈ ਕਹਿੰਦੇ ਉਹਦੇ ਪ੍ਰਣ ਵਿੱਚ ਬੜੀ ਸ਼ਕਤੀ ਸੀ, ਉਹਦੇ ਸਿੱਧਾ ਸਾਫ ਭਾਵਨਾ ਵਿੱਚ ਸ਼ਰਧਾ ਸੀ। ਅਚਾਨਕ ਹੀ ਪ੍ਰਮਾਤਮਾ ਨਾ 2 ਦਿਨ ਬਾਅਦ ਪ੍ਰਗਟ ਹੋ ਗਏ। ਪਹਿਲੇ ਹੱਥ ਨਿਕਲਿਆ ਜੀ, ਹੱਥ ਆਇਆ ਬਾਹਰ। ਧੰਨੇ ਭਗਤ ਨੇ ਨਾ ਰੋਟੀ ਦਾ ਥਾਲ ਪਿੱਛੇ ਹਟਾ ਲਿਆ। ਕੋ ਸਤਨਾਮ ਸ਼੍ਰੀ ਵਾਹ। ਕਹਿੰਦੇ ਹੱਥ ਨਾਲ ਇਹ ਰੋਟੀ ਨਹੀਂ ਮਿਲਣੀ, ਪੂਰੇ ਬਾਹਰ ਆ ਜਾਓ, ਪ੍ਰਗਟ ਹੋ ਜਾਓ। ਦੇਖੋ ਖੁਸ਼ ਹੋ ਰਿਹਾ ਕਿਉਂ ਨਾ ਬਾਹਰ ਆਉਣ ਵਾਲੇ। ਕਹਿੰਦੇ ਹੱਥ 'ਚ ਮੈਂ ਰੋਟੀ ਕੋਈ ਨਹੀਂ ਪਾਣੀ, ਸਿੱਧੀ ਗੱਲ ਬਾਹਰ ਆ ਕੇ ਰੋਟੀ ਛਕੋ ਢੰਗ ਨਾਲ। ਹੁਣ ਪਰਮਾਤਮਾ ਜੀ ਬਾਹਰ ਆ ਗਏ, ਬੜੇ ਖੁਸ਼ ਹੋਏ ਧੰਨਾ ਭਗਤ ਨੂੰ ਮਿਲ ਕੇ, ਹੱਸਣ ਲੱਗੇ, ਪ੍ਰਗਟ ਹੋ ਗਏ, ਦਰਸ਼ਨ ਦਿੱਤੇ ਧੰਨਾ ਭਗਤ ਨੂੰ। ਸੁੱਕੀ ਰੋਟੀ ਹੋ ਗਈ, ਲੱਸੀ ਖੱਟੀ ਹੋ ਗਈ। 2 ਦਿਨ ਬਾਅਦ ਕਿਹੜੀ ਤੁਹਾਨੂੰ ਤਾਜ਼ੀ ਮਿਲ ਜਾਏਗੀ। ਧੰਨਾ ਭਗਤ ਕਹਿੰਦੇ ਦੇਖ ਭਾਈ, ਹੁਣ ਮੇਰੇ ਕੋਲ ਸਮਾਂ ਨਹੀਂ ਹੈ ਕਿ ਮੈਂ ਤਾਜ਼ੀ ਬਣਾ ਕੇ ਲਿਆਵਾਂ। ਆਖੋ ਸਤਨਾਮ ਸ਼੍ਰੀ। ਅੱਗੇ ਹੀ 2 ਦਿਨ ਦਾ ਮੈਂ ਵੀ ਭੁੱਖਾ ਤੇ ਤੂੰ ਵੀ ਭੁੱਖਾ। ਪਰਮਾਤਮਾ ਜੀ ਆਪ ਜੀ ਵੀ ਭੁੱਖੇ ਹੋ ਤੇ ਮੈਂ ਵੀ ਭੁੱਖਾ, ਇਹੀ ਛਕੋ, ਜੋ ਪਈ ਹੈ ਉਹੀ ਛਕੋ। ਪਰਮਾਤਮਾ ਕਹਿੰਦਾ ਖੇਚਲ ਕਰਨ ਦੀ ਲੋੜ ਨਹੀਂ ਧੰਨਿਆ, ਮੈਂ ਇਹੀ ਰੋਟੀ ਖਾਵਾਂਗਾ।
ਉਹ ਤੇ ਪ੍ਰੇਮ ਵਾ ਭਗਤੀ ਦਾ ਭੁੱਖਾ ਹੈ, ਉਹ ਮਰਿਆਦਾ ਦਾ ਭੁੱਖਾ ਥੋੜਾ ਨਾ। ਪ੍ਰੇਮ ਭਗਤੀ ਅੰਦਰ ਸੁੱਖੀ ਰੋਟੀ ਪਾਪੜ ਵਰਗੀ ਖਾ ਗਏ ਰੱਬ। ਆਖੋ ਸਤਨਾਮ ਸ਼੍ਰੀ। ਨਾਲ ਲੱਸੀ ਨਾਲ ਨਾ ਜੇ ਤੁਹਾਨੂੰ ਪਤਾ ਸੁੱਖੀ ਰੋਟੀ ਲੰਘ ਜਾਂਦੀ ਹੈ, ਲੱਸੀ ਪੀ ਕੇ ਗਿਲਾਸ। ਹੁਣ ਧੰਨਾ ਜੀ ਕਹਿੰਦੇ ਸਾਰੀ ਖਾਓਗੇ, ਮੇਰੇ ਅਸਰੀ ਛੱਡੋ, ਮੈਂ ਵੀ ਭੁੱਖਾ, ਮੇਰੇ ਉੱਪਰ ਦਇਆ ਕਰੋ। ਵਿੱਚੋਂ ਫਿਰ ਰੱਬ ਦੇ ਹੱਥੋਂ ਰੋਟੀ ਖਾਈ, ਦੋਨਾਂ ਨੇ ਰਲ ਕੇ ਖਾਈ। ਹੁਣ ਰੱਬ ਜਾਣ ਲੱਗਿਆ, ਅੱਛਾ ਜੀ ਆ ਗਿਆ ਹੈ, ਆ ਜੋੜ ਕੇ। ਉਹ ਕਹਿੰਦੇ ਰੁਕ ਜਾਓ, ਖਾਲੀ ਰੋਟੀ ਖਾਣ ਆਏ ਸੀ? ਕਹਿੰਦਾ ਮੈਨੂੰ ਪੰਡਿਤ ਜੀ ਨੇ ਕਿਹਾ ਸੀ ਸਾਰੇ ਕੰਮ ਕਰਦਾ ਹੈ, ਸਾਰੇ ਕੰਮ ਹੈ। ਪਰਮਾਤਮਾ ਕਹਿੰਦਾ ਅੱਛਾ ਠੀਕ ਹੈ ਧੰਨਾ ਜੀ, ਦੱਸੋ ਮੈਂ ਕੀ ਕੰਮ ਕਰਕੇ ਦੇਵਾਂ? ਕਹਿੰਦੇ ਹੁਣ ਮੇਰੇ ਨਾਲ ਚੁੱਪਚਾਪ ਨਾ ਖੇਤੀ ਚੱਲੋ। ਪਹਿਲਾਂ ਖੇਤੀ ਸੁੱਖ ਰਹੀ ਹੈ, ਹਲ ਬੋਇਆ ਨਹੀਂ ਗਿਆ, ਤੇ ਜਿਹੜੇ ਬੈਲ ਸੀ ਉਹ ਮੈਂ ਪੰਡਿਤ ਨੂੰ ਦੇ ਆਇਆ ਤੁਹਾਡੇ ਪਲਟੇ। ਆਖੋ ਸਤਨਾਮ ਸ਼੍ਰੀ ਵਾਹ। ਜੋੜੀ ਵੀ ਗਈ। ਆਓ ਹੁਣ ਚੱਲੀਏ ਫਿਰ ਖੇਤੀ ਤੇ। ਭੋਲੇ ਭਾਏ ਮਿਲੇ ਰਘੁਰਾਏ। ਰੱਬ ਵੀ ਜਾਨ ਛੁਡਾਣੀ ਔਖੀ ਹੋ ਗਈ ਧੰਨੇ ਕੋਲ। ਰੱਬ ਵੀ ਕਹਿੰਦਾ ਚੱਲ ਭਾਈ ਹੁਣ ਤਾਂ ਤੂੰ ਅੱਗੇ ਅੱਗੇ, ਮੈਂ ਤੇਰੇ ਪਿੱਛੇ ਪਿੱਛੇ। ਭਗਤਾ ਹੁਣ ਤਾਂ ਤੂੰ ਪ੍ਰੇਮ ਡੋਰੀ ਅੰਦਰ ਮੈਨੂੰ ਫਸਾ ਲਿਆ ਹੈ, ਜਦ ਦਰ ਜਾਏਗਾ ਮੈਂ ਨਾਲ ਰਵਾਂਗਾ। ਹੁਣ ਗਏ ਤੇ ਉੱਥੇ ਖੇਤੀ ਹੋ ਰਹੀ ਹੈ। ਧੰਨਾ ਜੀ ਨੇ ਸਮਝਾਤਾ ਇੱਦਾਂ 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 ਹੱਲ ਹੱਥ 'ਚ ਫੜ ਲਓ ਅਤੇ ਇੱਦਾਂ ਇੱਦਾਂ ਜ਼ਮੀਨ ਦੇ ਅੰਦਰ ਕਰ, ਅਤੇ ਫਿਰ ਬੀਜ ਬੋਵਾਂਗੇ, ਪਾਣੀ ਪਾਵਾਂਗੇ। ਧੰਨਾ ਜੀ ਆਪ ਨਾ ਪੇੜ ਦੇ ਥੱਲੇ ਮਸਤੀ ਨਾਲ ਟਿਕਾ ਕੇ ਆਪਣੀ ਪਿੱਠ ਟਿਕਾ ਕੇ ਬਹਿ ਗਏ। ਕਹਿੰਦੇ ਤੁਸੀਂ ਕਰੋ ਸਾਰਾ ਕੰਮ, ਮੈਂ ਦੇਖਦਾ ਦੂਰੋਂ ਚੈਕਿੰਗ ਕਰਦਾ। ਰੱਬ ਸਾਰਾ ਕੰਮ ਕਰ ਰਿਹਾ ਹੈ। ਧੰਨਾ ਬੜਾ ਖੁਸ਼ ਹੈ। ਫਿਰ ਘਰ ਲਿਆਇਆ ਧੰਨਾ ਜੀ, ਘਰ ਵੀ ਲਿਆਏ ਰਾਤ ਨੂੰ ਥਕਾ ਕੇ। ਘਰ ਲਿਆ ਕੇ ਉਹਨਾਂ ਨੂੰ ਕਹਿੰਦੇ ਹੁਣ ਰੋਟੀ ਬਣਾਉਂਦੇ ਆ, ਚਲੋ ਰੋਟੀ ਬਣਾਈਏ ਇਕੱਠੀ। ਰੋਟੀ ਬਣਵਾਈ ਚੁੱਲ੍ਹੇ 'ਤੇ। ਸਵੇਰੇ ਫਿਰ ਕੱਪੜੇ ਵੀ ਧੁਆਏ ਰੱਬ ਕੋਲੋਂ। ਕਹਿੰਦੇ ਚਲੋ ਹੁਣ ਘਰ ਦੇ ਕੱਪੜੇ ਧੋਈਏ, ਫਿਰ ਝਾੜੂ ਵੀ ਲਾਣਾ ਅਜੇ, ਸਫਾਈਆਂ ਵੀ ਕਰਨੀ। ਮੈਂ ਕੀ ਗੱਲ ਦੱਸਾਂ, ਸਾਰਾ ਕੁਝ ਕੰਮ ਟੋਟਲੀ ਤੁਹਾਨੂੰ ਘਰ ਦੇ ਪਤਾ ਹੀ ਹੈ ਗ੍ਰਸਤੀ ਦੇ, ਉਹ ਸਭ ਕੁਝ ਧੰਨਾ ਭਗਤ ਨੇ ਕਰਵਾਏ। ਆਖੋ ਸਤਨਾਮ ਸ਼੍ਰੀ ਵਾਹ। ਉਹ ਸੋਚੋ ਭਗਤ ਜੀ ਦੀ ਕਿੰਨੀ ਅਵਸਥਾ ਹੋਣੀ ਜੋ ਰੱਬ ਸਾਰੇ ਕੰਮ ਕਰ ਰਿਹਾ। ਰੱਬ ਨੂੰ ਕੰਮ ਲਾਤਾ, ਰੱਬ ਨੇ ਮੁਸਕਰਾ ਕੇ ਸਾਰੇ ਕੰਮ ਕੀਤੇ, ਔਖੇ ਹੋ ਕੇ ਨਹੀਂ ਕੀਤੇ। ਇੱਕ ਹੁੰਦਾ ਮਤਲਬ ਬੇਦਿਲੀ ਨਹੀਂ ਕੀਤੇ ਕੰਮ ਕੀਤੇ। ਆਪ ਪੇੜ ਥੱਲੇ ਬਹਿ ਜਾਂਦੇ ਸਨ ਤੇ ਰੱਬ ਜੀ ਨੂੰ ਲਾ ਦਿੰਦੇ ਸੀ। ਪਰਮਾਤਮਾ ਜੀ ਨੂੰ ਲਾ ਦੇਣਾ ਕਿ ਤੁਸੀਂ ਸਾਰੇ ਕੰਮ ਕਰਕੇ ਦਿਓ। ਹੁਣ ਸਾਰੇ ਹੁਣ ਕੀ ਹੋਇਆ, ਹੁਣ ਉਹ ਪੰਡਿਤ ਆ ਗਿਆ। ਪੰਡਿਤ ਨੇ ਦੇਖਿਆ ਕਿ ਧੰਨਾ ਬੜਾ ਖੁਸ਼ ਲੱਗਦਾ ਹੈ, ਕੋਲ ਜਾਵਾਂ ਜਰਾ। ਪੰਡਿਤ ਕਹਿੰਦੇ ਕੀ ਹਾਲ ਚਾਲ ਹੈ ਧੰਨਾ ਜੀ? ਕਹਿੰਦੇ ਬੜੀ ਖੁਸ਼ੀ ਹੈ, ਬਹੁਤ ਆਨੰਦ ਹੈ। ਕਹਿੰਦੇ ਧੰਨ ਹੋ ਗਿਆ ਮਹਾਰਾਜ, ਜਦ ਦਾ ਪੱਥਰ ਭਗਵਾਨ ਤੁਸੀਂ ਦਿੱਤੇ ਮੈਨੂੰ, ਮੇਰਾ ਤੇ ਜ਼ਿੰਦਗੀ ਬਦਲ ਗਈ। ਕਹਿੰਦੇ ਹੈਂ ਪੱਥਰ ਭਗਵਾਨ? ਕਹਿੰਦੇ ਕਿਹੜੇ ਪੱਥਰ ਭਗਵਾਨ? ਕਹਿੰਦੇ ਉਹੀ ਪੱਥਰ ਕਾਲਾ ਜਾ। ਕਹਿੰਦੇ ਅੱਛਾ। ਕਹਿੰਦੇ ਕਿੱਧਰ ਹਨ ਉਹ? ਕਹਿੰਦੇ ਹੁਣ ਵੀ ਮੇਰੇ ਕੋਲ ਹੀ ਹਨ। ਕਹਿੰਦੇ ਉਹ ਦੇਖੋ ਸਾਹਮਣੇ ਖੇਤੀ ਵਾਹ ਰਹੇ ਨੇ। ਹੈਂ ਪੰਡਿਤ ਜੀ ਕਹਿੰਦੇ ਖੇਤੀ ਵਾਹ ਰਹੇ ਹਨ, ਮੈਨੂੰ ਤੇ ਦਿਖਾਈ ਨਹੀਂ ਦਿੰਦੇ ਧੰਨਿਆ, ਕਿੱਧਰ ਹੈ ਭਗਵਾਨ? ਮੈਂ ਤੇ ਇੰਨੇ ਸਾਲਾਂ ਤੋਂ ਬੈਠਾ ਪੂਜਾ ਕਰਦਾ। ਪੰਡਿਤ ਰੋ ਪਿਆ, ਮੈਨੂੰ ਤੇ ਭਗਵਾਨ ਨਜ਼ਰ ਨਹੀਂ ਆਏ, ਕੰਨੋਂ ਕਿੱਥੋਂ ਨਜ਼ਰ ਆ ਗਏ? ਆਖੋ ਸਤਨਾਮ ਸ਼੍ਰੀ ਵਾਹ। ਉਹ ਇਹ ਕਿਹੜੀ ਗੱਲ ਪਿਆ ਕਰਦਾ ਹੈ? ਉਹ ਭੋਲਿਆ ਉਹ ਕੀ ਕਹਿੰਦਾ ਹੈ? ਕਹਿੰਦਾ ਨਹੀਂ ਨਹੀਂ ਪੰਡਿਤ ਜੀ ਕਿਉਂ ਝੂਠ ਬੋਲਦੇ ਹੋ? ਭਗਵਾਨ ਨੇ ਤੇ ਮੇਰੇ ਘਰ ਦੀ ਰੋਟੀ ਵੀ ਛਕੀ, ਪ੍ਰਸ਼ਾਦਾ ਖਾਇਆ। ਆਇਆ ਦੇਰ ਬਾਅਦ ਸੀ, 2 ਦਿਨ ਬਾਅਦ ਆਇਆ ਹੈ, ਪਰ ਖਾ ਗਿਆ। ਤੇ ਹੁਣ ਮੈਂ ਬੰਨ੍ਹ ਕੇ ਰੱਖਿਆ ਪਿਆ, ਉਹਨੂੰ ਜਾਣ ਨਹੀਂ ਦੇਣਾ। ਸਾਹਮਣੇ ਦੇਖ, ਧਿਆਨ ਨਾਲ ਦੇਖ, ਖੇਤੀ ਵਿੱਚ ਭਗਵਾਨ ਖੇਤੀ ਬੀਜ ਰਿਹਾ। ਨਹੀਂ ਦਿਖਦਾ ਧੰਨਿਆ, ਮੇਰੀ ਉਹ ਅੱਖ ਨਹੀਂ, ਮੈਨੂੰ ਦਿਖਾਈ ਨਹੀਂ ਦਿੰਦਾ। ਧੰਨਿਆ ਮੈਂ ਤੇ ਧੋਖੇਬਾਜ਼ ਹਾਂ, ਮੈਂ ਪੰਡਿਤ ਨਹੀਂ, ਮੈਂ ਤਾਂ ਚੋਰ ਹਾਂ। ਪੰਡਿਤ ਨੇ ਮੰਨ ਲਿਆ, ਕਬੂਲ ਕਰ ਲਿਆ, ਰੋ ਰੋ ਕੇ ਕਬੂਲ ਕਰ ਲਿਆ ਗੱਲਾਂ ਸੁਣ ਕੇ। ਬਸ ਪਛਤਾਪ ਦੇ ਆਂਸੂ ਗਿਰ ਜਾਣ ਤੇ ਸਮਝੋ ਤੁਹਾਡੀ ਜਿਹੜੀ ਪਾਪ ਹੈ ਭੁੱਲ ਧੋਤਾ ਜਾਂਦਾ। ਧੰਨੇ ਨੇ ਕਿਹਾ ਤੈਨੂੰ ਨਹੀਂ ਦਿਖਾਈ ਦਿੰਦਾ, ਮੈਂ ਤੈਨੂੰ ਦਿਖਾਵਾਂਗਾ, ਗਰੰਟੀ ਲੈਣਾ। ਆਖੋ ਸਤਨਾਮ ਸ਼੍ਰੀ ਵਾਹ। ਭਗਵਾਨ ਜੀ ਕੋਲ ਗਏ ਬੇਨਤੀ ਕਰਨ,
तुसां इन्हां नूं दर्शन दिओ, इन्हां ने तुहाडे नाल मैनूं जोड़िया है, ये मेरे गुरु हन पंडित जी, तुसां इन्हूं दर्शन क्यों नहीं देंदे? भगवान कहते धन्निया मैं तेरी जिद पूरी कर दांगा, जो कहेंगा करांगा, होर करा लै, जिन्ने दिन करा लै, पर ये गल ना मनवाई मैनू, ये पंगा ना हुण पाई नवा, ये पंडित नूं मैं दर्शन कोई नहीं देने आ, ये तो धोखेबाज है, ये तो ठगी करता है, इन्हें तेरे नाल ठगी की है। धन्ना मन्ने ही ना, कहते काहदी ठगी, मेरे को तो तुसी बैठे हो परतक साईं, मेरे नाल कोई ठगी नहीं हुई, जो होया सच होया, मैं सच है, इन्हां नूं दर्शन दिओ पहले। हुण पंडित देखता है धन्ना किहदे नाल गल्लां करदा है, पता ही नहीं, आकाशवाणी हो रही है अगों, हुण हो गया काम बस। भगतां दी रब कदी नहीं मोड़दा ने, रब की गल भी भगत कर सकते हैं, इन्नी पावर है भगतां, पर भगत जो कह देन वो पूरा हो जाता है, ये गल भी सच्ची है। हुण भगतां दी कदी नहीं मोड़दा, भगतां दी सदा तू रखदा हर जीओ, धुर तू रखदा आया, धुर तू रखदा आया है। गोपाल तेरा आरता, जो जन तुमरी भगत करन ते तिनके काज सवारता, ये धन्ना जी का शब्द है, ये रास है आरती विच। हुण धन्ना जी दे कहे ते भगवान ने दर्शन दिते उस पंडित नूं, आखो सतनाम श्री वाह। कर्मां विच नहीं सी, सिर्फ कहे ते, उदी कर्म भी इन्ने चंगे नहीं सी पंडित दे, तां भी दर्शन होए ते पंडित धन हो गया, चरना भी ढह पिया, दोनों दे भगत धन्ने दे भी ते रब दे भी। महाराज भुल्लनहारा, इन्नी वड्डी भुल, धोखा, सीधे साधे लोगों नाल धोखा। रब ने कहा पंडित जे गलती मंदा है ना, अज तो बाद कदी किसी नाल धोखा नहीं करना, को सतनाम श्री वाह। हट जा, लेखा तेरे सिर ही चढ़ना है, रहन दे काम, सिर्फ पूजा अर्चना करी जा ते तन्नू रब मिलेगा। कहन दा भाव है धन्ना भगत जी ने बड़ी ही जल्दी प्रेमा भगती नाल प्रगट कर ले भगवान, ते साडी भी आस आ गई। ये कथा सुन के सानू भी उम्मीद जाग रही है कि जे धन्ना भगत जी नू मिल सकते हो ते सानू भी मिल सकते हो। आखो सतनाम श्री वाह। सीधा साधा स्वभाव करना पेगा, गुर की मत तू ले आने, भगत बिना वो डूबे सियाने। सियाने बन के रब कभी नहीं मिलेगा, ये पर्दा रहेगा। अपना आपा गवा के कोशिशां करनी शुरू कर दिए, जे रब नाल गल्लां करनियां शुरू कर दिए, हो सकता साडे भी कर्म जाग जान, सानू भी परतक साईं दे दर्शन होने शुरू हो जान। इस करके भगतां दी इतिहास दी कथा नाल प्रेम जागदा है, इन्हां दी कथा नाल शौक जागदा है कि भगती विच की रस है ते भगतां दी किदां पैज रख लैंदा। इंपॉसिबल काम जड़ा नामुमकिन काम भी हो जाते हैं भगतां दे, पता नहीं किधरों किधरों काम सिरे चढ़ता रहता है, आप ही नहीं पता होंदा। भगत कोई इन्नी एफर्ट भी नहीं मारते, अपने आप ही चलता है उन्होंने काम, अपने आप प्रभु करता है, जरिया बना देता है, आपे काम चली आपे। आओ सारे नाम जपदे हुए समाप्ति वल वधिए जी। प्रेम वाली कथा सुन के हिरदा भी प्रेम के अंदर भिज गया है। आपको सारे जपो वाहे गुरु 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 वाहे गुरु।